ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅਸੀਂ ਗੁਰੂ ਚਰਨਾਂ ਵਿੱਚ ਖਾਸ ਕਰਕੇ ਅਧਿਆਤਮਿਕ ਜੀਵਨ ਸਿੱਖਣ ਲਈ ਆਉਂਦੇ ਹਾਂ। ਭਾਵੇਂ ਗੁਰੂ ਘਰ ਵਿੱਚ ਆਉਣ ਦੇ ਸਾਡੇ ਹੋਰ ਕਈ ਕਾਰਨ ਤੇ ਕਈ ਪ੍ਰਯੋਜਨ ਹੁੰਦੇ ਨੇ, ਲੇਕਿਨ ਮੁੱਖ ਕਾਰਨ ਤੇ ਮੁੱਖ ਪ੍ਰਯੋਜਨ ਸਾਡਾ ਅਧਿਆਤਮਿਕਤਾ ਸਿੱਖਣਾ ਹੋਣਾ ਚਾਹੀਦਾ ਹੈ। ਅਧਿਆਤਮਿਕਤਾ ਦਾ ਮਤਲਬ ਹੁੰਦਾ ਹੈ ਆਪਣੇ ਆਪੇ ਨੂੰ ਜਾਣਨਾ, ਆਪਣੇ ਆਪੇ ਨੂੰ ਸਮਝਣਾ ਤੇ ਉਹਦੇ ਮੁਤਾਬਕ ਜ਼ਿੰਦਗੀ ਵਿੱਚ ਅੱਗੇ ਵਧਣਾ। ਇਹ ਸਾਡਾ ਮੁੱਖ ਪ੍ਰਯੋਜਨ ਗੁਰੂ ਘਰ ਵਿੱਚ ਆਉਣ ਦਾ ਹੋਣਾ ਚਾਹੀਦਾ ਹੈ। ਇਸ ਪ੍ਰਯੋਜਨ ਦੀ ਪ੍ਰਾਪਤੀ ਲਈ ਬੜੇ ਸਾਰੇ ਸਾਧਨ ਨੇ ਸੰਸਾਰ ਦੇ ਅੰਦਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਸਾਰੇ ਸਾਧਨਾਂ ਦਾ ਜ਼ਿਕਰ ਕੀਤਾ ਹੋਇਆ ਹੈ। ਉਹ ਸਾਧਨ ਨੇ ਘਰ-ਬਾਰ ਛੱਡ ਕੇ ਜੰਗਲਾਂ ਨੂੰ ਜਾਣਾ, ਸੰਨਿਆਸ ਧਾਰਨ ਕਰਨਾ, ਤੀਰਥਾਂ ਦਾ ਰਟਨ ਕਰਨਾ, ਤੀਰਥਾਂ ਤੇ ਜਾ ਕੇ ਨਿਵਾਸ ਕਰਨਾ, ਉੱਥੇ ਹੀ ਸਰੀਰ ਦਾ ਜਿਹੜੀ ਅੰਤਿਮ ਕਿਰਿਆ ਹੈ ਉਹ ਕਰਨਾ, ਮੌਨ ਰਹਿਣਾ, ਕਿਸੇ ਨਾਲ ਬੋਲਣਾ ਨਹੀਂ, ਵਰਤ ਰੱਖਣੇ, ਭੁੱਖਿਆਂ ਰਹਿਣਾ, ਇਤਿਆਦਿਕ ਬਹੁਤ ਸਾਰੇ ਕਰਮ ਨੇ ਜੋ ਲੋਕ ਕਰਦੇ ਰਹੇ ਹਨ ਅਤੇ ਅਜੇ ਵੀ ਕਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖ ਸੰਗਤ ਨੇ ਗੱਲ ਪੁੱਛੀ ਸੀ ਕਿ ਜਿੰਨੇ ਤੁਸੀਂ ਇਹ ਕਰਮ ਸਾਨੂੰ ਦੱਸੇ ਨੇ ਜੋ ਲੋਕ ਅਧਿਆਤਮਿਕਤਾ ਦੀ ਪ੍ਰਾਪਤੀ ਲਈ ਕਰਦੇ ਨੇ, ਇਹਨਾਂ ਸਾਰਿਆਂ ਕਰਮਾਂ ਵਿੱਚੋਂ ਚੰਗਾ ਕਰਮ ਕਿਹੜਾ ਹੈ? ਕਿਹੜਾ ਕਰਮ ਸਾਨੂੰ ਕਰਨਾ ਚਾਹੀਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਫਰਮਾਇਆ ਸੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਾਧੂਆਂ ਦੀ ਸੰਗਤ ਵਿੱਚ ਬਹਿਣਾ, ਜਿੱਥੇ ਆਪਾਂ ਹੁਣ ਬੈਠੇ ਹਾਂ, ਇਹ ਸਾਧੂਆਂ ਦੀ ਸੰਗਤ ਹੈ। ਹਰ ਕੀਰਤ, ਵਾਹਿਗੁਰੂ ਜੀ ਦੀ ਵਡਿਆਈ ਕਰਨਾ ਸਾਧੂਆਂ ਦੀ ਸੰਗਤ ਵਿੱਚ ਬਹਿ ਕੇ। ਵਡਿਆਈ ਕਰਨਾ ਜਾਂ ਵਡਿਆਈ ਸੁਣਨਾ, ਅਸੀਂ ਇਸ ਵਡਿਆਈ ਨੂੰ ਕੀਰਤਨ ਰੂਪ ਵਿੱਚ ਸੁਣਦੇ ਤੇ ਕਰਦੇ ਹਾਂ। ਇਸ ਵਡਿਆਈ ਨੂੰ ਪਾਠ ਦੇ ਰੂਪ ਵਿੱਚ ਕਰਦੇ ਤੇ ਸੁਣਦੇ ਹਾਂ, ਔਰ ਇਸੇ ਵਡਿਆਈ ਨੂੰ ਸ਼ਬਦ ਵਿਚਾਰ ਦੇ ਰੂਪ ਵਿੱਚ ਆਪਾਂ ਕਰਦੇ ਅਤੇ ਸੁਣਦੇ ਹਾਂ। ਹਰ ਕੀਰਤ, ਕੀਰਤ ਦਾ ਮਤਲਬ ਕੀਰਤੀ ਹੁੰਦਾ, ਕੇਵਲ ਕੀਰਤਨ ਨਹੀਂ ਹੁੰਦਾ। ਕੀਰਤਨ ਵੀ ਹੈ, ਲੇਕਿਨ ਇਹਦਾ ਜਿਹੜਾ ਸਹੀ ਅਰਥ ਹੈ ਉਹ ਹੈ ਕੀਰਤੀ, ਵਾਹਿਗੁਰੂ ਜੀ ਦਾ ਜਸ ਗਾਉਣਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਜਿੰਨੇ ਵੀ ਉੱਤੇ ਕਰਮ ਆਪਾਂ ਗਿਣੇ ਨੇ,
ਉਹਨਾਂ ਸਾਰਿਆਂ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ ਸਾਧ ਸੰਗਤ ਵਿੱਚ ਬਹਿ ਕੇ ਮਾਲਕ ਦਾ ਜਸ ਕਰਨਾ ਤੇ ਮਾਲਕ ਦਾ ਜਸ ਸੁਣਨਾ। ਸਿੱਖਾਂ ਨੇ ਪੁੱਛਿਆ ਕਿ ਇਹ ਸਾਰਿਆਂ ਲੋਕਾਂ ਨੂੰ ਇਹ ਸਾਧਨ ਪ੍ਰਾਪਤ ਹੋ ਸਕਦਾ ਹੈ? ਗੁਰੂ ਜੀ ਨੇ ਆਖਿਆ ਸੀ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਜੀ ਦਾ ਜਸ ਕਰਨਾ ਤੇ ਸੁਣਨਾ ਉਹਨਾਂ ਲੋਕਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਲੋਕਾਂ ਦੇ ਮੱਥੇ ਉੱਤੇ ਪੂਰਬਲੇ ਕੀਤੇ ਹੋਏ ਕਰਮਾਂ ਦਾ ਲੇਖ ਲਿਖਿਆ ਹੋਇਆ ਹੁੰਦਾ ਹੈ। ਹੁਣ ਅਸੀਂ ਸਵਾਲ ਸਹਿਜੇ ਹੀ ਕਰ ਬਵਾਂਗੇ ਕਿ ਫਿਰ ਠੀਕ ਹੈ, ਜਦੋਂ ਮਾਲਕ ਸਾਡੇ ਮੱਥੇ ਤੇ ਲਿਖੇਗਾ ਅਸੀਂ ਸਾਧ ਸੰਗਤ ਕਰ ਲਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਜੀ ਲੈਣਾ ਕਦੇ ਵੀ। ਅਸੀਂ ਮਨੁੱਖ ਜਾਤੀ ਵਿੱਚ ਜਿੰਨੇ ਵੀ ਅਸੀਂ ਜੀਵ ਹਾਂ, ਅਸੀਂ ਆਪਣੇ ਕਰਮ ਆਪ ਬਣਾਉਣੇ ਹੁੰਦੇ ਨੇ। ਜਿੰਨੀਆਂ ਦੂਸਰੀਆਂ ਜਾਤੀਆਂ ਨੇ ਮਨੁੱਖ ਜਾਤੀ ਨੂੰ ਛੱਡ ਕੇ ਉਹ ਕੇਵਲ ਕਰਮ ਭੋਗਦੀਆਂ ਨੇ, ਕਰਮ ਕਰਦੀਆਂ ਨਹੀਂ ਹਨ। ਮਨੁੱਖ ਜਾਮੇ ਵਿੱਚ ਕਰਮ ਭੋਗੇ ਵੀ ਜਾਂਦੇ ਨੇ ਤੇ ਕਰਮ ਕੀਤੇ ਵੀ ਜਾਂਦੇ ਨੇ। ਚੰਗੇ ਕਰਮ ਬਣਾਉਣ ਲਈ ਸਾਨੂੰ ਚੰਗੇ ਕਰਮ ਕਰਨ ਦੀ ਲੋੜ ਏ ਤੇ ਫਿਰ ਉਹਨਾਂ ਦਾ ਜਿਹੜਾ ਭੁਗਤਾਨ ਏ ਉਹ ਚੰਗਾ ਹੀ ਹੋਏਗਾ, ਮਾੜਾ ਨਹੀਂ ਹੋਏਗਾ, ਕਿਉਂਕਿ ਕੀਤੇ ਹੀ ਚੰਗੇ ਨੇ। ਸੋ ਜਦੋਂ ਅਸੀਂ ਪੂਰਬਲੇ ਕਰਮਾਂ ਦੀ ਗੱਲ ਕਰਦੇ ਹਾਂ ਤੇ ਸਾਡਾ ਧਿਆਨ ਨਾ ਪਿਛਲੀਆਂ ਜਨਮਾਂ ਵੱਲ ਚਲਾ ਜਾਂਦਾ ਹੈ। ਮੇਰਾ ਖਿਆਲ ਹੈ, ਮੇਰਾ ਨਿੱਜੀ ਵਿਚਾਰ ਹੈ ਕਿ ਸਾਨੂੰ ਪਿਛਲੀਆਂ ਜਨਮਾਂ ਵੱਲੇ ਆਪਣਾ ਧਿਆਨ ਨਹੀਂ ਲਿਜਾਣਾ ਚਾਹੀਦਾ। ਭਾਵੇਂ ਉਹਨਾਂ ਜਨਮਾਂ ਦੇ ਕੀਤੇ ਕਰਮ ਸੰਸਕਾਰ ਰੂਪ ਵਿੱਚ ਸਾਡੇ ਨਾਲ ਹੀ ਹੁੰਦੇ ਨੇ, ਲੇਕਿਨ ਸਾਨੂੰ ਸਮਝਣ ਲਈ ਆਪਣੇ ਕਰਮਾਂ ਨੂੰ, ਕਿਉਂਕਿ ਪਿਛਲੇ ਜਨਮਾਂ ਵਿੱਚ ਸਾਡਾ ਧਿਆਨ ਨਹੀਂ ਜਾਂਦਾ, ਲੇਕਿਨ ਇਸ ਜਨਮ ਦੇ ਵਿੱਚ ਜਦੋਂ ਤੋਂ ਅਸਾਂ ਸੁਰਤ ਸੰਭਾਲੀਏ ਉਦੋਂ ਤੱਕ ਸਾਡਾ ਧਿਆਨ ਪਿੱਛੇ ਜਾ ਸਕਦਾ ਹੈ ਕਿ ਅਸੀਂ ਕੀ ਕੁਝ ਕੀਤਾ ਹੈ। ਸੋ ਇਹ ਪੂਰਬਲੇ ਕਰਮ ਨੇ ਸਾਡੇ, ਜੋ ਅਸੀਂ ਅੱਜ ਤੋਂ, ਹੁਣ ਤੋਂ, ਇਸ ਘੜੀ ਤੋਂ ਪਹਿਲਾਂ ਕੀਤੇ ਨੇ ਜਾਂ ਕਰਕੇ ਇੱਥੇ ਪਹੁੰਚੇ ਹਾਂ, ਉਹ ਸਾਡੇ ਪੂਰਬਲੇ ਕਰਮ ਨੇ। ਜੇ ਚੰਗਾ ਕੁਝ ਕੀਤਾ ਏ ਤੇ ਉਹਦਾ ਜਿਹੜਾ ਸਿੱਟਾ ਨਿਕਲਣਾ ਹੈ ਉਹ ਚੰਗਾ ਹੀ ਨਿਕਲਣਾ ਹੈ, ਮਾੜਾ ਨਹੀਂ ਨਿਕਲੇਗਾ, ਕਦੀ ਨਹੀਂ ਨਿਕਲੇਗਾ। ਇਹੋ ਹੀ ਵਾਹਿਗੁਰੂ ਜੀ ਦਾ ਧਰਮ ਦਾ ਨਿਆਂ ਏ। ਇਸ ਧਰਮ ਦੇ ਨਿਆਂ ਅਧੀਨ ਕਦੀ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋ ਸਕਦੀ। ਕੋਈ ਮਾੜੇ ਕਰਮ ਕਰਕੇ ਆਖੇ ਮੈਨੂੰ ਚੰਗਾ ਕੁਝ ਮਿਲ ਜਾਏ, ਉਹ ਵੀ ਨਹੀਂ ਹੋ ਸਕਦਾ, ਤੇ ਕੋਈ ਚੰਗੇ ਕਰਮ ਕਰਕੇ ਉਹ ਸਮਝੇ ਕਿ ਕਿਤੇ ਕੁਝ ਮੇਰਾ ਮਾੜਾ ਨਾ ਹੋ ਜਾਏ, ਇਹ ਵੀ ਨਹੀਂ ਹੋ ਸਕਦਾ। ਚੰਗੇ ਦਾ ਫਲ ਚੰਗਾ ਹੀ ਮਿਲਣਾ ਹੈ ਤੇ ਮਾੜੇ ਦਾ ਮਾੜਾ ਹੀ ਮਿਲਣਾ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਅੱਜ ਦੀ ਸੰਗਤ ਗੁਰਮੁਖੋ ਉਹਨਾਂ ਨੂੰ ਹੀ ਨਸੀਬ ਹੋਣੀ ਹੈ ਜਾਂ ਹੋਈ ਹੈ ਜਿਨ੍ਹਾਂ ਨੇ ਭਾਗ ਬਣਾਏ ਹੋਏ ਸਨ। ਸੋ ਆਓ ਅਸੀਂ ਅੱਜ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਆਪਾਂ ਪਿਛਲੀ ਕਥਾ ਦੌਰਾਨ ਪਿਛਲੇ ਐਤਵਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ ਸ਼ੁਰੂ ਕੀਤਾ ਸੀ, ਜੋ ਸ਼ਬਦ ਨੰਬਰ 7 ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 220 ਤੇ ਦਰਜ ਏ। ਉਸ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਅਤੇ ਪਹਿਲਾ ਬੰਦ, ਇਹ ਦੋਵੇਂ ਆਪਾਂ ਸਮਝ ਲਏ ਸਨ ਤੇ ਆਪਾਂ ਬੰਦ ਨੰਬਰ 2 ਉੱਤੇ ਪਹੁੰਚੇ ਸਾਂ। ਇਸ ਜਗ੍ਹਾ ਤੇ ਪਹੁੰਚ ਕੇ ਭਾਵੇਂ ਬੰਦ ਆਪਾਂ ਸਾਰਾ ਸਮਝ ਲਿਆ ਸੀ, ਲੇਕਿਨ ਇਸ ਜਗ੍ਹਾ ਤੇ ਮੈਂ ਆਪ ਜੀ ਦੇ ਨਾਲ ਇੱਕ ਉਦਾਹਰਨ ਸਾਂਝੀ ਕਰ ਰਿਹਾ ਸਾਂ
ਕਿ ਆ ਜਿਹੜੀਆਂ ਦੋ ਦੋ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ ਨਾ, ਦੁੱਖ ਤੇ ਸੁੱਖ, ਅੰਮ੍ਰਿਤ ਤੇ ਬਿਖ, ਕੰਚਨ ਤੇ ਲੋਹਾ, ਇਹ ਸਾਰੀਆਂ ਚੀਜ਼ਾਂ ਦੋ ਦੋ ਨਹੀਂ ਹਨ। ਇਹ ਇੱਕ ਹੀ ਚੀਜ਼ ਦੇ ਦੋ ਪਾਸੇ ਹੁੰਦੇ ਨੇ, ਉਹਦੇ ਦੋ ਨਾਂ ਰੱਖੇ ਜਾਂਦੇ ਨੇ। ਤੇ ਉਦਾਹਰਨ ਆਪਾਂ ਲਈ ਸੀ ਤਾਪਮਾਨ ਦੀ, ਟੈਂਪਰੇਚਰ ਦੀ, ਕਿ ਉਹ ਇੱਕ ਖਾਸ ਡਿਗਰੀ ਤੋਂ ਉੱਤੇ ਚਲਾ ਜਾਏ, ਅਸੀਂ ਉਸ ਨੂੰ ਗਰਮੀ ਆਖਣਾ ਸ਼ੁਰੂ ਕਰ ਦਿੰਦੇ ਹਾਂ। ਇੱਕ ਖਾਸ ਡਿਗਰੀ ਤੋਂ ਥੱਲੇ ਚਲਾ ਜਾਏ, ਅਸੀਂ ਉਸ ਨੂੰ ਸਰਦੀ ਆਖਦੇ ਹਾਂ। ਤਾਪਮਾਨ ਇੱਕੋ ਹੀ ਹੈ, ਬਸ ਉਹਦੀਆਂ ਦੋ ਹਾਲਤਾਂ ਨੇ। ਹਾਲਤ ਦੀ ਤਬਦੀਲੀ ਜਦੋਂ ਹੁੰਦੀ, ਅਸੀਂ ਉਹਦਾ ਨਾਮ ਹੀ ਬਦਲ ਦਿੰਦੇ ਹਾਂ। ਇਹ ਗੱਲ ਕਰਕੇ ਮੈਂ ਅੱਗੇ ਚਲਾ ਗਿਆ ਸਾਂ, ਪਰ ਮੈਨੂੰ ਇੱਕ ਸਵਾਲ ਆਇਆ। ਸਵਾਲ ਇਹ ਸੀ ਕਿ ਜਿਹੜੀ ਇਹ ਤਾਪਮਾਨ ਵਾਲੀ ਉਦਾਹਰਨ ਹੈ, ਇਹ ਤੇ ਸਮਝ ਵਿੱਚ ਆ ਗਈ ਏ ਕਿ ਇੱਕੋ ਹੀ ਤਾਪਮਾਨ ਦੇ ਉਹਦੀ ਹਾਲਤ ਬਦਲਣ ਦੇ ਨਾਲ ਅਸੀਂ ਉਹਦਾ ਨਾਮ ਬਦਲ ਦਿੰਦੇ ਹਾਂ। ਥੱਲੇ ਨੀਵਾਂ ਚਲਾ ਜਾਏ ਤੇ ਠੰਡ ਹੋ ਗਈ ਏ, ਉੱਚਾ ਚਲਾ ਜਾਏ ਤੇ ਅਸੀਂ ਕਹਿੰਦੇ ਹਾਂ ਗਰਮੀ ਹੋ ਗਈ ਏ। ਇਹ ਗੱਲ ਤੇ ਸਮਝ ਵਿੱਚ ਆ ਗਈ ਏ ਵੀ ਇੱਕੋ ਹੀ ਚੀਜ਼ ਦੇ ਦੋ ਪਹਿਲੂ ਨੇ, ਇਸ ਤਰ੍ਹਾਂ ਆਖ ਲਵੋ। ਲੇਕਿਨ ਜਿਹੜਾ ਅੰਮ੍ਰਿਤ ਤੇ ਬਿਖ ਹੈ, ਇਹਦੀ ਸਮਝ ਨਹੀਂ ਆਈ ਕਿ ਇਹ ਦੋਵੇਂ ਚੀਜ਼ਾਂ ਇੱਕ ਕਿਵੇਂ ਨੇ। ਅੰਮ੍ਰਿਤ ਅਤੇ ਜ਼ਹਿਰ, ਇਹ ਦੋਵੇਂ ਚੀਜ਼ਾਂ ਇੱਕ ਕਿਵੇਂ ਨੇ, ਇਹ ਨਹੀਂ ਸਮਝ ਆਈ। ਸੋ ਆਪਾਂ ਇਸ ਨੂੰ ਥੋੜ੍ਹਾ ਜਿਹਾ ਹੁਣ ਸਮਝ ਕੇ ਫਿਰ ਅਗਲਾ ਜਿਹੜਾ ਬੰਦ ਨੰਬਰ 3 ਉਸ ਨੂੰ ਸਮਝਦੇ ਹਾਂ। ਬਿਖ ਦਾ ਮਤਲਬ ਹੈ ਜ਼ਹਿਰ, ਤੇ ਗੁਰਬਾਣੀ ਦੇ ਅੰਦਰ ਮਾਇਆ ਨੂੰ ਜ਼ਹਿਰ ਆਖਿਆ ਗਿਆ ਹੈ। ਆਪਾਂ ਭਗਤ ਫਰੀਦ ਸਾਹਿਬ ਦੇ ਸ਼ਲੋਕ ਪੜ੍ਹਦੇ ਆ ਰਹੇ ਹਾਂ, ਸਮਝਦੇ ਆ ਰਹੇ ਹਾਂ। ਉਹਨਾਂ ਵਿੱਚ ਪਿੱਛੇ ਜੇ ਆਪਾਂ ਸਮਝਿਆ ਸੀ ਕਿ ਫਰੀਦਾ ਇਹ ਵਿਸ ਗੰਦਲਾਂ ਭਰੀਆਂ ਖੰਡ ਲਿਵਾੜ। ਇਹ ਵਿਸ ਗੰਦਲਾਂ ਤੋਂ ਟੀਕਾਕਾਰਾਂ ਨੇ ਜਿਹੜਾ ਅਰਥ ਸਾਡੇ ਸਾਹਮਣੇ ਲਿਆਂਦਾ, ਉਹ ਹੈ ਸੰਸਾਰ ਦੇ ਪਦਾਰਥ, ਮਾਇਆਵੀ ਪਦਾਰਥ। ਇਹ ਜਿੰਨੇ ਵੀ ਸੰਸਾਰ ਦੇ ਮਾਇਆਵੀ ਪਦਾਰਥ ਨੇ, ਇਹ ਸਾਰੀਆਂ ਜ਼ਹਿਰ ਦੀਆਂ ਗੰਦਲਾਂ ਨੇ। ਇਹਨਾਂ ਦੇ ਉੱਤੇ ਖੰਡ ਦਾ ਕੋਟ ਕੀਤਾ ਹੋਇਆ ਹੈ। ਖਾਣ ਨੂੰ ਉੱਤੋਂ ਬੜੇ ਮਿੱਠੇ ਤੇ ਸੁਆਦਲੇ ਲੱਗਦੇ ਨੇ, ਜਦੋਂ ਅੰਦਰ ਚਲੇ ਜਾਂਦੇ ਨੇ ਤੇ ਇਹ ਜ਼ਹਿਰ ਦਾ ਕੰਮ ਕਰਦੇ ਨੇ। ਸੋ ਇੱਥੇ ਦਾ ਮਤਲਬ ਹੋ ਗਿਆ ਮਾਇਆ ਵੀ ਜ਼ਹਿਰ, ਯਾਨੀ ਮਾਇਆ ਹੀ ਜ਼ਹਿਰ ਹੈ। ਜੇ ਦੂਜੇ ਤਰ੍ਹਾਂ ਅਸੀਂ ਸੋਚੀਏ ਕਿ ਜ਼ਹਿਰ ਜਿਹੜਾ ਭੌਤਿਕ ਤੌਰ ਤੇ ਹੁੰਦਾ ਹੈ, ਉਹ ਅੰਮ੍ਰਿਤ ਕਿਵੇਂ ਬਣ ਸਕਦਾ ਹੈ? ਉਹਦੀ ਉਦਾਹਰਨ ਅੱਜ ਕੱਲ੍ਹ ਤੇ ਸਮਝਣਾ ਬੜਾ ਹੀ ਆਸਾਨ ਕਰ ਦਿੱਤਾ ਹੈ ਸਾਇੰਸ ਨੇ। ਸੱਪ ਹੁੰਦਾ ਹੈ, ਉਹਦੇ ਵਿੱਚ ਕਹਿੰਦੇ ਨੇ ਉਹਦੇ ਸਿਰ ਵਿੱਚ ਜ਼ਹਿਰ ਹੁੰਦਾ ਹੈ। ਜਦੋਂ ਕਿਸੇ ਪ੍ਰਾਣੀ ਨੂੰ ਡੰਗ ਮਾਰਦਾ ਸੱਪ, ਤੇ ਉਹ ਆਪਣਾ ਜ਼ਹਿਰ ਉਸ ਪ੍ਰਾਣੀ ਦੇ ਅੰਦਰ ਭੇਜ ਦਿੰਦਾ ਹੈ। ਤੇ ਜਿਸ ਨੂੰ ਡੰਗ ਲੱਗਿਆ, ਉਹ ਪ੍ਰਾਣੀ ਬਹੁਤਾ ਸਮਾਂ ਜਿਉਂਦਾ ਨਹੀਂ। ਉਹ ਜ਼ਹਿਰ ਦਾ ਜਿਵੇਂ ਹੀ ਅਸਰ ਹੁੰਦਾ ਹੈ ਸਰੀਰ ਤੇ, ਉਹ ਮਰ ਜਾਂਦਾ ਹੈ। ਲੇਕਿਨ ਅੱਜ ਕੱਲ੍ਹ ਸਾਇੰਸ ਨੇ ਉਸੇ ਹੀ ਜ਼ਹਿਰ ਨੂੰ ਠੀਕ ਢੰਗ ਨਾਲ ਉਹਦੀ ਵਰਤੋਂ ਕਰਕੇ, ਉਹਨੂੰ ਦਵਾਈਆਂ ਵਿੱਚ ਪਾ ਕੇ ਉਸ ਨੂੰ ਅੰਮ੍ਰਿਤ ਦਾ ਰੂਪ ਦੇ ਦਿੱਤਾ ਹੋਇਆ ਹੈ। ਇਹ ਤੇ ਆਪਾਂ ਸਮਝਦੇ ਹਾਂ ਕਿ ਸੱਪ ਦੇ ਜ਼ਹਿਰ ਤੋਂ ਬਣੇ ਹੋਏ ਟੀਕੇ, ਉਹ ਸਾਡੀਆਂ ਭਿਆਨਕ ਬਿਮਾਰੀਆਂ ਨੂੰ ਠੀਕ ਕਰਨ ਦੇ ਕੰਮ ਆਉਂਦੇ ਨੇ। ਜਿਸ ਨੂੰ ਉਸ ਜ਼ਹਿਰ ਦੇ ਟੀਕੇ ਦੁਆਰਾ ਜੀਵਨ ਮਿਲ ਗਿਆ ਹੋਵੇ, ਬਿਮਾਰੀ ਤੋਂ ਬੰਦਾ ਬਚ ਗਿਆ ਹੋਵੇ, ਉਹਦੇ ਲਈ ਉਹ ਜ਼ਹਿਰ ਅੰਮ੍ਰਿਤ ਬਣ ਗਿਆ। ਲੇਕਿਨ ਜੇ ਕੋਈ ਸਿੱਧਾ ਉਸ ਜ਼ਹਿਰ ਨੂੰ ਪੀਵੇ ਤੇ ਉਸ ਦੀ ਮੌਤ ਵੀ ਹੋ ਸਕਦੀ ਹੈ। ਸੋ ਜਦੋਂ ਅਸੀਂ ਇਸ ਢੰਗ ਨਾਲ ਸੋਚਾਂਗੇ ਤੇ ਅੰਮ੍ਰਿਤ ਜ਼ਹਿਰ ਤੇ ਜ਼ਹਿਰ ਅੰਮ੍ਰਿਤ ਬਣ ਸਕਦਾ ਹੈ, ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ, ਇਹ ਮਾਇਆ ਜ਼ਹਿਰ ਕਦੋਂ ਬਣ ਜਾਂਦੀ ਏ? ਜਦੋਂ ਅਸੀਂ ਇਹਦੀ ਵਰਤੋਂ ਗਲਤ ਕਰਦੇ ਹਾਂ। ਜਿਵੇਂ ਸੱਪ ਦੇ ਜ਼ਹਿਰ ਦੀ ਵਰਤੋਂ ਗਲਤ ਕਰਨ ਨਾਲ ਉਹ ਜ਼ਹਿਰ ਸਿੱਧ ਹੁੰਦਾ ਹੈ,
ਉਹਦੀ ਵਰਤੋਂ ਠੀਕ ਕਰਨ ਨਾਲ ਉਹ ਸਾਨੂੰ ਨਵਾਂ ਜੀਵਨ ਦਿੰਦਾ ਹੈ ਤੇ ਉਹ ਅੰਮ੍ਰਿਤ ਸਿੱਧ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਮਾਇਆ ਦੀ ਗਲਤ ਵਰਤੋਂ ਕਰਨ ਦੇ ਨਾਲ ਇਹ ਮਾਇਆ ਜ਼ਹਿਰ ਰੂਪ ਬਣ ਜਾਂਦੀ ਏ। ਲੋਕ ਇਸ ਮਾਇਆ ਨਾਲ ਨਸ਼ੇ ਕਰਦੇ ਨੇ, ਮਾੜੇ ਕਰਮ ਕਮਾਉਂਦੇ ਨੇ, ਜ਼ਿੰਦਗੀ ਦੇ ਵਿੱਚ ਕਈ ਬਿਮਾਰੀਆਂ ਸਹੇੜ ਲੈਂਦੇ ਨੇ, ਫਿਰ ਖੁਦਕੁਸ਼ੀਆਂ ਕਰਦੇ ਵੇਖੇ ਜਾਂਦੇ ਨੇ ਲੋਕ। ਉਹ ਮਾਇਆ ਜ਼ਹਿਰ ਬਣ ਗਈ ਉਹਨਾਂ ਲੋਕਾਂ ਲਈ, ਤੇ ਜਿਨ੍ਹਾਂ ਲੋਕਾਂ ਨੇ ਇਸ ਮਾਇਆ ਦੀ ਸੁਯੋਗ ਵਰਤੋਂ ਕੀਤੀ ਉਹਨਾਂ ਲਈ ਇਹ ਮਾਇਆ ਅੰਮ੍ਰਿਤ ਬਣ ਜਾਂਦੀ ਏ। ਤੁਸੀਂ ਸਾਰੀ ਸੰਗਤ ਨੇ ਮਿਲ ਕੇ ਇੱਕ ਬਿਲਡਿੰਗ ਬਣਾਈ ਹੈ ਜਿੱਥੇ ਆਪਾਂ ਹੁਣ ਬੈਠੇ ਹਾਂ। ਇਹ ਬਿਲਡਿੰਗ ਮਾਇਆ ਨਾਲ ਬਣੀ ਹੈ ਜੀ, ਇਹ ਗੱਲਾਂ ਨਾਲ ਨਹੀਂ ਬਣੀ, ਤੇ ਮਾਇਆ ਤੁਹਾਡੀ ਨਾਲ ਬਣੀ ਹੈ। ਤੁਸੀਂ ਇੱਥੇ ਮਾਇਆ ਲਗਾਈ ਤੇ ਹੁਣ ਇੱਥੇ ਬਹਿ ਕੇ ਅਸੀਂ ਗੁਰੂ ਕੀ ਪਵਿੱਤਰ ਬਾਣੀ ਦੀਆਂ ਅੰਮ੍ਰਿਤ ਵਿਚਾਰਾਂ ਕਰ ਰਹੇ ਹਾਂ, ਸੁਣ ਰਹੇ ਹਾਂ। ਇਹਨਾਂ ਤੇ ਅਮਲ ਕਰਾਂਗੇ ਤੇ ਇੱਥੇ ਲੱਗੀ ਹੋਈ ਸਾਡੀ ਮਾਇਆ ਅੰਮ੍ਰਿਤ ਦਾ ਸਵਾਦ ਸਾਨੂੰ ਦੇਵੇਗੀ। ਬਸ ਇਹ ਹੈ ਅੰਮ੍ਰਿਤ ਦਾ ਜ਼ਹਿਰ ਹੋ ਜਾਣਾ। ਮਾਇਆ ਦੀ ਅਯੋਗ ਵਰਤੋਂ ਜ਼ਹਿਰ ਦਾ ਰੂਪ ਧਾਰਨ ਕਰ ਜਾਂਦੀ ਏ, ਉਸੇ ਹੀ ਮਾਇਆ ਦੀ ਸੁਯੋਗ ਵਰਤੋਂ ਅੰਮ੍ਰਿਤ ਦਾ ਰੂਪ ਧਾਰਨ ਕਰ ਜਾਂਦੀ ਏ। ਮਾਇਆ ਇੱਕ ਹੀ ਏ, ਦੋ ਨਹੀਂ ਹਨ। ਸੋ ਇਸ ਬਿਨਾਂ ਤੇ ਅੰਮ੍ਰਿਤ ਤੇ ਜ਼ਹਿਰ ਵਿੱਚ ਕੋਈ ਵੀ ਫਰਕ ਨਹੀਂ। ਜੇ ਫਰਕ ਏ ਤੇ ਸਾਡੀ ਵਰਤੋਂ ਦਾ ਫਰਕ ਏ, ਅਸੀਂ ਉਸ ਨੂੰ ਕਿਵੇਂ ਵਰਤਦੇ ਹਾਂ ਇਹ ਗੱਲ ਵੇਖਣ ਵਾਲੀ ਏ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਹੈ ਜੀ ਗੁਰਬਾਣੀ ਦੇ ਅੰਦਰ, ਤੀਜੇ ਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਉਹਨਾਂ ਨੇ ਲਿਖਿਆ ਬਿਖ ਅੰਮ੍ਰਿਤ ਕਰਤਾਰ ਉਪਾਏ। ਇਹ ਦੋ ਚੀਜ਼ਾਂ ਸਾਡੇ ਸਾਹਮਣੇ ਨੇ, ਵੇਖਣ ਨੂੰ ਦੋ ਨੇ। ਜਿਵੇਂ ਮੈਂ ਆਖਿਆ ਕਿ ਜਿਹੜਾ ਜ਼ਹਿਰ ਏ ਇਹ ਭੌਤਿਕ ਪਦਾਰਥ ਵੀ ਹੁੰਦਾ ਹੈ ਤੇ ਇਹਦਾ ਸੂਖਸ਼ਮ ਰੂਪ ਵੀ ਹੁੰਦਾ ਹੈ, ਲੇਕਿਨ ਜਿਹੜਾ ਅੰਮ੍ਰਿਤ ਏ ਇਹਦਾ ਕੋਈ ਵੀ ਭੌਤਿਕ ਰੂਪ ਨਹੀਂ ਸਾਡੇ ਸਾਹਮਣੇ ਆਇਆ। ਕੋਈ ਇਹੋ ਜਿਹਾ ਪਦਾਰਥ ਨਹੀਂ ਨਜ਼ਰ ਆਉਂਦਾ ਜਿਹੜਾ ਅੰਮ੍ਰਿਤ ਜਿਹਨੂੰ ਆਪਾਂ ਆਖ ਸਕੀਏ, ਕਿਉਂਕਿ ਅੰਮ੍ਰਿਤ ਕੇਵਲ ਜੀਵਨ ਦਿੰਦਾ ਹੈ, ਸਾਨੂੰ ਮ੍ਰਿਤੂ ਰਹਿਤ ਕਰਦਾ ਹੈ। ਲੇਕਿਨ ਇਸ ਅੰਮ੍ਰਿਤ ਦਾ ਜਿਹੜਾ ਭੌਤਿਕ ਰੂਪ ਹੈ ਉਹ ਇੱਕ ਨਹੀਂ, ਉਹ ਕਈ ਸਾਰੇ ਨੇ। ਗੁਰੂ ਜੀ ਨੇ ਬਾਣੀ ਵਿੱਚ ਜਿਹੜਾ ਅਸੀਂ ਭੋਜਨ ਖਾਂਦੇ ਇਸ ਨੂੰ ਵੀ ਅੰਮ੍ਰਿਤ ਆਖਿਆ, ਜਿਹੜਾ ਆਪਾਂ ਦੁੱਧ ਪੀਂਦੇ ਹਾਂ ਇਸ ਨੂੰ ਵੀ ਗੁਰੂ ਜੀ ਨੇ ਅੰਮ੍ਰਿਤ ਆਖਿਆ। ਗੁਰੂ ਜੀ ਦੇ ਪਵਿੱਤਰ ਬਚਨ ਨੇ ਕਿ ਜਿਹੜੇ ਆ ਪਸ਼ੂ ਨੇ ਜਿਹੜੇ ਖੜ ਖਾਂਦੇ ਨੇ, ਘਾਹ ਆਦਿ ਖਾਂਦੇ ਨੇ, ਉਹ ਘਾਹ ਆਦਿ ਖਾ ਕੇ ਸਾਨੂੰ ਅੰਮ੍ਰਿਤ ਜਿਹਾ ਦੁੱਧ ਦਿੰਦੇ ਨੇ। ਪਸ਼ੂ ਮਿਲਹਿ ਚੰਗਿਆਈਆਂ ਖੜ ਖਾਏ ਅੰਮ੍ਰਿਤ ਦੇ। ਖੜ ਖਾ ਕੇ ਅੰਮ੍ਰਿਤ ਦਿੰਦੇ ਨੇ, ਯਾਨੀ ਦੁੱਧ ਦਿੰਦੇ ਨੇ। ਅਸੀਂ ਦੁੱਧ ਨੂੰ ਇੱਥੇ ਅੰਮ੍ਰਿਤ ਕਹਿ ਰਹੇ ਹਾਂ, ਲੇਕਿਨ ਜਿਸ ਤਰ੍ਹਾਂ ਦਾ ਅੰਮ੍ਰਿਤ ਅਸੀਂ ਤਸੱਵਰ ਕੀਤਾ ਹੈ ਆਪਣੇ ਮਨ ਵਿੱਚ ਕਿ ਅੰਮ੍ਰਿਤ ਕੋਈ ਇਹੋ ਜਿਹਾ ਪਦਾਰਥ ਹੈ, ਜਿਵੇਂ ਸਿਕੰਦਰ ਲੱਭਦਾ ਫਿਰਿਆ ਸੀ ਪਹਾੜਾਂ ਵਿੱਚ, ਇਹੋ ਜਿਹਾ ਕੋਈ ਪਦਾਰਥ ਅੰਮ੍ਰਿਤ ਨਹੀਂ ਹੁੰਦਾ ਜਿਹੜਾ ਸਾਨੂੰ ਲੱਭ ਪਵੇਗਾ ਤੇ ਜਿਹਦੀ ਘੁੱਟ ਭਰ ਲਾਂਗੇ ਤੇ ਅਸੀਂ ਸਦਾ ਲਈ ਅਮਰ ਹੋ ਜਾਵਾਂਗੇ, ਅਸੀਂ ਕਦੀ ਫਿਰ ਮਰਾਂਗੇ ਨਹੀਂ। ਇਹੋ ਜਿਹਾ ਕੋਈ ਅੰਮ੍ਰਿਤ ਨਹੀਂ ਹੁੰਦਾ ਭੌਤਿਕ ਰੂਪ ਵਿੱਚ। ਸੂਖਸ਼ਮ ਰੂਪ ਵਿੱਚ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਪਰਮਾਤਮਾ ਦਾ ਪਵਿੱਤਰ ਨਾਮ ਜਿਹੜਾ ਹੈ ਉਹ ਅੰਮ੍ਰਿਤਮਈ ਹੈ। ਜਿਹੜਾ ਉਸ ਨੂੰ ਸਿਮਰੇਗਾ ਉਸ ਨੂੰ ਆਤਮਿਕ ਜੀਵਨ ਮਿਲੇਗਾ। ਇਸ ਤਰ੍ਹਾਂ ਅਸੀਂ ਅੰਮ੍ਰਿਤ ਨੂੰ ਲੈ ਸਕਦੇ ਹਾਂ। ਬਿਖ ਅੰਮ੍ਰਿਤ ਕਰਤਾਰ ਉਪਾਏ। ਵਾਹਿਗੁਰੂ ਜੀ ਨੇ ਇਹ ਦੋ ਚੀਜ਼ਾਂ ਸੰਸਾਰ ਵਿੱਚ ਪੈਦਾ ਕੀਤੀਆਂ ਨੇ, ਇੱਕ ਜ਼ਹਿਰ ਤੇ ਇੱਕ ਅੰਮ੍ਰਿਤ। ਇੱਥੇ ਹੁਣ ਮਤਲਬ ਹੋ ਗਿਆ ਅੰਮ੍ਰਿਤ ਹੈ ਪ੍ਰਭੂ ਦਾ ਨਾਮ, ਜ਼ਹਿਰ ਹੈ ਮਾਇਆ। ਇਹ ਦੋ ਚੀਜ਼ਾਂ ਰੱਬ ਨੇ ਪੈਦਾ ਕੀਤੀਆਂ ਨੇ। ਇਹ ਦੋ ਹੀ ਰਸਤੇ ਚੱਲਦੇ ਨੇ ਸੰਸਾਰ ਵਿੱਚ, ਇੱਕ ਲਿਵ ਦਾ ਰਸਤਾ, ਇੱਕ ਧਾਤ ਦਾ ਰਸਤਾ। ਲਿਵ ਦਾ ਰਸਤਾ ਹੈ ਪ੍ਰਮਾਤਮਾ ਦੇ ਨਾਮ ਵਾਲਾ ਰਸਤਾ, ਧਾਤ ਦਾ ਰਸਤਾ ਹੈ ਮਾਇਆ ਵਾਲਾ ਰਸਤਾ। ਇਹ ਦੋ
ਪਦਾਰਥ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ। ਇਹ ਸੰਸਾਰ ਇੱਕ ਰੁੱਖ ਦੀ ਤਰ੍ਹਾਂ ਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਦੋ ਫਲ ਨੇ ਜੀ ਜਿਹੜੇ ਇੱਕ ਰੁੱਖ ਨੂੰ ਲੱਗੇ ਨੇ। ਆਪਾਂ ਇਸ ਜਗ੍ਹਾ ਤੇ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਬਿਰਖ ਤੇ ਅੰਮ੍ਰਿਤ ਦੋਵੇਂ ਇੱਕ ਕਿਵੇਂ ਹੁੰਦੇ ਨੇ। ਕਦੀ ਨਹੀਂ ਤੁਸੀਂ ਵੇਖਿਆ ਹੋਏਗਾ ਕਿ ਕਿਸੇ ਇੱਕ ਰੁੱਖ ਨੂੰ ਇੱਕ ਪਾਸੇ ਉਹਨੂੰ ਸੇਬ ਲੱਗੇ ਹੋਣ ਤੇ ਉਸੇ ਨਾਲ ਦੀ ਦੂਸਰੀ ਸ਼ਾਖਾ ਤੇ ਉਹਨੂੰ ਕੇਲਿਆਂ ਦੇ ਜਿਹੜੇ ਫਲ ਨੇ ਉਹ ਲਟਕਦੇ ਹੋਣ। ਐਸਾ ਕਦੀ ਨਹੀਂ ਵੇਖਿਆ ਹੋਏਗਾ। ਹਾਂ, ਇੱਕ ਗੱਲ ਹੋ ਸਕਦੀ ਹੈ, ਤੁਸੀਂ ਰੁੱਖ ਨੂੰ ਪਿਉਂਦ ਲਗਾ ਕੇ ਉਹਦੇ ਚੋਂ ਭਾਂਤ ਭਾਂਤ ਦੇ ਫੁੱਲ ਤੇ ਫਲ ਪੈਦਾ ਕਰ ਸਕਦੇ ਹੋ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਇੱਕ ਬੂਟੇ ਨੂੰ ਇੱਕੋ ਹੀ ਕਿਸਮ ਦੇ ਫਲ ਲੱਗਦੇ ਨੇ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਜਿਹੜਾ ਸੰਸਾਰ ਰੂਪ ਬੂਟਾ ਏ, ਇਸ ਨੂੰ ਵਾਹਿਗੁਰੂ ਜੀ ਨੇ ਦੋ ਫਲ ਲਾਏ ਨੇ, ਦੋ ਤਰ੍ਹਾਂ ਦੇ ਫਲ ਲਾਏ ਨੇ। ਉਹ ਦੋ ਤਰ੍ਹਾਂ ਦੇ ਫਲ ਨੇ, ਅੰਮ੍ਰਿਤ ਅਤੇ ਜ਼ਹਿਰ। ਅਸਲ ਵਿੱਚ ਅਸੀਂ ਜਿਵੇਂ ਸਮਝ ਚੁੱਕੇ ਹਾਂ ਕਿ ਇਹ ਦੋ ਨਹੀਂ ਹਨ, ਇਹ ਇੱਕੋ ਹੀ ਫਲ ਏ, ਬਸ ਉਹਦੀ ਵਰਤੋਂ ਦਾ ਫਰਕ ਏ। ਜਿਵੇਂ ਦੀ ਅਸੀਂ ਵਰਤੋਂ ਕਰਾਂਗੇ, ਇਹ ਫਲ ਦਾ ਸਾਨੂੰ ਉਹੋ ਜਿਹਾ ਰਿਜ਼ਲਟ ਸਾਡੇ ਸਾਹਮਣੇ ਆਏਗਾ। ਅਸੀਂ ਠੀਕ ਢੰਗ ਨਾਲ ਇਸ ਮਾਇਆ ਨੂੰ ਵਰਤਾਂਗੇ, ਅੰਮ੍ਰਿਤ ਜਈ ਹੋ ਨਿਬੜੇਗੀ। ਇਹਦੀ ਗਲਤ ਵਰਤੋਂ ਕਰਾਂਗੇ, ਇਹ ਜ਼ਹਿਰ ਬਣ ਕੇ ਸਾਡੇ ਜੀਵਨ ਨੂੰ ਖਤਮ ਕਰੇਗੀ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਅਸੀਂ ਇੱਕ ਚੀਜ਼ ਹੋਰ ਮੈਂ ਉਦਾਹਰਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਹ ਦੋਵੇਂ ਚੀਜ਼ਾਂ ਇੱਕ ਕਿਵੇਂ ਨੇ। ਮਨੁੱਖ ਦਾ ਸੁਭਾਅ ਹੈ, ਜਿਹੜਾ ਮਨੁੱਖ ਦੀ ਜਿਹੜੀ ਬਿਰਤੀ ਹੈ, ਜਿਹੜੀ ਮਨੁੱਖ ਦੀ ਸੋਚ ਹੈ, ਇਹ ਸਾਡੇ ਸਰੀਰ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਂਦੀ ਹੈ। ਤੇ ਜਿਹੋ ਜੀ ਬਿਰਤੀ ਦੇ ਅਧੀਨ ਅਸੀਂ ਸਰੀਰ ਵਿੱਚ ਵਿਚਰਦੇ ਹਾਂ, ਉਹੋ ਜਿਹਾ ਸਾਡਾ ਨਾਮ ਪੈ ਜਾਂਦਾ ਹੈ। ਮੈਂ ਉਦਾਹਰਨ ਲਈਏ ਸ਼ੇਖ ਸੱਜਣ ਦੀ। ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਇਹ ਜਿਹੜਾ ਸ਼ੇਖ ਸੱਜਣ ਹੈ, ਇਹ ਕਾਤਲ ਸੀ, ਧਾੜਵੀ ਸੀ, ਡਾਕੂ ਸੀ, ਲੁਟੇਰਾ ਸੀ। ਜਿੰਨੇ ਵੀ ਐਬ ਹੁੰਦੇ ਨੇ ਵੱਡੇ ਤੋਂ ਵੱਡੇ, ਉਹ ਸਾਰੇ ਇਹਦੇ ਵਿੱਚ ਸਨ। ਤੇ ਇਸ ਨੂੰ ਅਸੀਂ ਰਾਖਸ਼ਸ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਇਹ ਸ਼ੇਖ ਸੱਜਣ ਜਿਹੜਾ ਏ, ਇਹ ਇੱਕ ਤਰ੍ਹਾਂ ਦਾ ਰਾਖਸ਼ਸ ਸੀ। ਗੁਰੂ ਨਾਨਕ ਸਾਹਿਬ ਮਿਲੇ, ਗੁਰੂ ਨਾਨਕ ਸਾਹਿਬ ਦੀ ਕੋਈ ਗੱਲ ਇਹਦੇ ਖਾਨੇ ਪੈ ਗਈ। ਇੱਕ ਵੱਖਰੀ ਗੱਲ ਹੈ ਕਿ ਸਾਡੇ ਖਾਨੇ ਅਜੇ ਨਹੀਂ ਪੈ ਰਹੀ ਗੁਰੂ ਨਾਨਕ ਸਾਹਿਬ ਦੀ ਗੱਲ, ਲੇਕਿਨ ਉਹਦੇ ਖਾਨੇ 'ਚ ਪੈ ਗਈ। ਜਿਵੇਂ ਹੀ ਉਹਦੇ ਖਾਨੇ 'ਚੋਂ ਗੁਰੂ ਨਾਨਕ ਸਾਹਿਬ ਦਾ ਬਚਨ ਪੈ ਗਿਆ, ਇਹਦੀ ਸੁਰਤ ਬਦਲ ਗਈ, ਇਹਦੀ ਬਿਰਤੀ ਬਦਲ ਗਈ, ਇਹਦੇ ਕਰਮ ਤਬਦੀਲ ਹੋ ਗਏ। ਤੇ ਇਸ ਸ਼ੇਖ ਸੱਜਣ ਨੂੰ ਜਿਵੇਂ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ, ਮਾਨੋ ਇਹ ਰਾਖਸ਼ਸ ਤੋਂ ਦੇਵਤਾ ਬਣ ਗਿਆ। ਹੁਣ ਤੁਸੀਂ ਦੱਸੋ ਕਿ ਰਾਖਸ਼ਸ ਤੇ ਦੇਵਤਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਕਿ ਇੱਕ ਹੀ ਏ? ਸ਼ੇਖ ਸੱਜਣ ਦੋ ਨਹੀਂ ਹਨ, ਉਹ ਇੱਕ ਹੀ ਬੰਦਾ ਏ। ਲੇਕਿਨ ਉਹਦੀ ਮਾਨਸਿਕ ਦਸ਼ਾ ਜਿਹੜੀ ਪਹਿਲੀ ਸੀ, ਉਹ ਰਾਖਸ਼ਸ ਵਰਗੀ ਸੀ। ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਬਾਅਦ ਜਿਹੜੀ ਉਹਦੀ ਮਾਨਸਿਕ ਦਸ਼ਾ ਬਣੀ, ਉਹ ਦੇਵਤਿਆਂ ਵਰਗੀ ਬਣੀ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲਣ ਦੇ ਨਾਲ ਉਹ ਰਾਖਸ਼ਸ ਤੋਂ ਦੇਵਤਾ ਬਣ ਗਿਆ। ਸ਼ੇਖ ਸੱਜਣ ਇੱਕ ਹੀ ਏ, ਬਸ ਮਾਨਸਿਕਤਾ ਦਾ ਫਰਕ ਏ। ਸਾਡੇ ਮਨ ਦੀਆਂ ਜਿਹੜੀਆਂ ਦੋ ਹਾਲਤਾਂ ਨੇ, ਉਹ ਸਾਡੇ ਨਾਮ ਨੂੰ ਤੇ ਸਾਡੇ ਕਰਮਾਂ ਨੂੰ ਤਬਦੀਲ ਕਰ ਦਿੰਦੀਆਂ ਨੇ। ਇਸ ਲਈ ਮਨੁੱਖ ਵਿੱਚ ਕੋਈ ਭੇਦ ਨਹੀਂ। ਇਹ ਬੰਦਾ ਇੱਕੋ ਹੀ ਰਾਖਸ਼ਸ ਵੀ ਹੋ ਸਕਦਾ ਤੇ ਉਹੋ ਹੀ ਬੰਦਾ ਦੇਵਤਾ ਵੀ ਹੋ ਸਕਦਾ। ਤੇ ਕੱਲਾ ਦੇਵਤਾ ਹੀ ਨਹੀਂ, ਇਹ ਬੰਦਾ ਰਾਖਸ਼ਸ ਤੋਂ ਦੇਵ ਰੂਪ ਪਰਮੇਸ਼ਵਰ ਵੀ ਬਣ ਸਕਦਾ ਹੈ।
ਸੋ ਇਸ ਬਿਨਾਂ ਤੇ ਇਹ ਜਿੰਨੀਆਂ ਵੀ ਚੀਜ਼ਾਂ ਉੱਤੇ ਅਸੀਂ ਪੜ੍ਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਵਿੱਚ, ਹਰ ਦੋ ਚੀਜ਼ਾਂ ਦੇ ਦੋ ਵੱਖਰੇ ਵੱਖਰੇ ਨਾਂ ਨੇ, ਚੀਜ਼ ਇੱਕੋ ਹੀ ਹੈ। ਸੋ ਇਹ ਗੱਲ ਆਪਾਂ ਧਿਆਨ 'ਚ ਰੱਖਣੀ ਹੈ। ਸੁਰਗ ਤੇ ਨਰਕ ਦੋ ਚੀਜ਼ਾਂ ਨਹੀਂ ਹਨ। ਸਾਡੇ ਮਨ ਦੀਆਂ ਦੋ ਹਾਲਤਾਂ ਹਨ। ਜਦੋਂ ਸਾਡਾ ਮਨ ਪਰੇਸ਼ਾਨ ਤੇ ਦੁਖੀ ਹੁੰਦਾ ਕਿਸੇ ਕਾਰਨ, ਭਾਵੇਂ ਅਸੀਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਦੁਖੀ ਹੁੰਨੇ ਆ, ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਸੁੱਖ ਭੋਗਦੇ ਹਾਂ ਸੰਸਾਰ ਦੇ ਅੰਦਰ। ਜਦੋਂ ਅਸੀਂ ਸੁੱਖ ਦੀ ਜ਼ਿੰਦਗੀ ਜਿਉਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਅਸੀਂ ਸਵਰਗ ਮਾਣ ਰਹੇ ਹਾਂ। ਜਦੋਂ ਅਸੀਂ ਕਿਸੇ ਕਾਰਨ ਦੁੱਖ ਦਾ ਜੀਵਨ, ਦੁੱਖ ਭਰਿਆ ਜੀਵਨ ਜਿਉਂਦੇ ਹਾਂ, ਇਉਂ ਲੱਗਦਾ ਕਿ ਸਾਡੀ ਜ਼ਿੰਦਗੀ ਤੇ ਨਰਕ ਬਣੀ ਪਈ ਏ। ਇਹ ਵੀ ਮਨ ਦੀਆਂ ਦੋ ਅਵਸਥਾਵਾਂ ਹੀ ਹਨ, ਨਰਕ ਤੇ ਸਵਰਗ, ਹੋਰ ਕੁਝ ਨਹੀਂ ਹੈ। ਇਸੇ ਤਰ੍ਹਾਂ ਅੰਮ੍ਰਿਤ ਤੇ ਬਿਖ, ਇਹ ਸਭ ਤਿਉਂ ਕੰਚਨ ਅਰ ਪੈਸਾ, ਲੋਹਾ ਤੇ ਤਾਂਬਾ, ਸੋਨਾ ਤੇ ਤਾਂਬਾ, ਇਹ ਵੀ ਇੱਕੋ ਹੀ ਚੀਜ਼ ਦੇ ਦੋ ਨਾਂ ਨੇ। ਇਸੇ ਤਰ੍ਹਾਂ ਉਸਤਤ ਅਤੇ ਨਿੰਦਾ, ਇਹ ਸਮ ਜਾ ਕੇ ਲੋਭ ਮੋਹ ਫੁਨ ਤੈਸਾ। ਸਵਰਗ ਨਰਕ, ਅੰਮ੍ਰਿਤ ਤੇ ਜ਼ਹਿਰ, ਕੰਚਨ ਤੇ ਤਾਂਬਾ, ਉਸਤਤ ਤੇ ਨਿੰਦਿਆ, ਲੋਭ ਤੇ ਮੋਹ, ਜਿਸ ਬੰਦੇ ਨੂੰ ਇੱਕੋ ਜਿਹਾ ਭਾਸਦਾ ਹੋਵੇ, ਜਿਹਦੀ ਸੁਰਤ ਵਿੱਚ ਇਹ ਦੋਵੇਂ ਚੀਜ਼ਾਂ ਇੱਕ ਹੀ ਹੋਣ, ਉਹਨੂੰ ਦੋ ਨਾ ਜਾਪਣ। ਅਸਲ ਵਿੱਚ ਜੇ ਅਸੀਂ ਗੁਰਮਤਿ ਦਾ ਹੋਰ ਅੱਗੇ ਜਾ ਕੇ ਅਭਿਆਸ ਕਰਾਂਗੇ ਨਾ, ਤੇ ਦੋ ਚੀਜ਼ਾਂ ਹੀ ਨਹੀਂ, ਸਗੋਂ ਗੁਰਮਤਿ ਇਹ ਗੱਲ ਕਹਿ ਰਹੀ ਹੈ ਕਿ ਇਹ ਸਭ ਕੁਝ ਹੀ ਇੱਕ ਹੈ, ਦੂਸਰਾ ਕੋਈ ਹੈ ਹੀ ਨਹੀਂ। ਜਦੋਂ ਅਸੀਂ ਗੁਰਮਤਿ ਨੂੰ ਠੀਕ ਢੰਗ ਨਾਲ ਪੜ੍ਹ ਕੇ ਸਮਝ ਲਵਾਂਗੇ, ਸਾਡਾ ਇਹ ਦਵੰਦ ਮਿਟ ਜਾਏਗਾ। ਨਾ ਕੋਈ ਚੋਰ ਹੈ, ਨਾ ਕੋਈ ਸਾਧ ਹੈ, ਸਭ ਇੱਕ ਹੀ ਵਸਤੂ ਦੇ ਕਈ ਕਈ ਨਾਂ ਹੋ ਗਏ ਨੇ। ਇਹ ਸਭ ਕੁਝ ਇੱਕ ਤੋਂ ਹੀ ਪੈਦਾ ਹੋਇਆ ਤੇ ਇੱਕ ਹੀ ਹੈ, ਤੇ ਇਹ ਇੰਨੇ ਰੂਪ ਧਾਰਨ ਕਰਕੇ ਫਿਰ ਇਹਨੇ ਸਭ ਕਾਸੇ ਨੇ ਇੱਕ ਵਿੱਚ ਹੀ ਲੀਨ ਹੋ ਜਾਣਾ। ਇੱਕ ਤੋਂ ਪੈਦਾ ਹੋਇਆ, ਜਿਵੇਂ ਇੱਕ ਸੂਰਜ ਤੋਂ ਕਰੋੜਾਂ ਉਹਦੀਆਂ ਕਿਰਨਾਂ ਪੈਦਾ ਹੁੰਦੀਆਂ ਨੇ, ਆਖਰ ਉਹ ਸੂਰਜ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਪ੍ਰਭੂ ਤੋਂ ਅਸੀਂ ਇਹ ਕਰੋੜਾਂ ਜਾਤੀਆਂ ਪ੍ਰਜਾਤੀਆਂ ਪੈਦਾ ਹੋਈਆਂ ਹਾਂ, ਆਖਰ ਨੂੰ ਉਹਦੇ ਵਿੱਚ ਇੱਕ ਵਿੱਚ ਹੀ ਲੀਨ ਹੋ ਜਾਣਾ। ਸੋ ਇਹ ਸਭ ਕੁਝ ਇੱਕ ਹੀ ਏ, ਜਿਹਨੂੰ ਅਸੀਂ ਵਨਨੈਸ ਕਹਿੰਦੇ ਆ ਨਾ, ਇਹ ਬਸ ਦੂਸਰੀ ਕੋਈ ਚੀਜ਼ ਹੈ ਹੀ ਨਹੀਂ। ਇਹ ਸਾਡੇ ਦਵੰਦ ਕਾਰਨ ਸਾਨੂੰ ਭਾਸਦੀਆਂ ਹਨ, ਸਾਨੂੰ ਮਹਿਸੂਸ ਹੁੰਦੀਆਂ ਹਨ। ਸਾਡੇ ਵਿੱਚ ਦੁਚਿੱਤਾਪਨ ਹੈ, ਸਾਡੇ ਵਿੱਚ ਈਰਖਾ ਹੈ। ਉਸ ਈਰਖਾ, ਉਸ ਨਫ਼ਰਤ, ਉਸ ਕੀਨੇ ਤੇ ਸਾੜੇ ਨੇ ਸਾਨੂੰ ਇਹਨਾਂ ਲੋਕਾਂ ਨਾਲੋਂ, ਦੂਜੀਆਂ ਚੀਜ਼ਾਂ ਨਾਲੋਂ ਵੱਖਰਿਆਂ ਕਰ ਦਿੱਤਾ ਹੋਇਆ, ਜਾਂ ਹਉਮੈ ਨੇ ਆਖ ਲਵੋ। ਸਾਡੀ ਇਸ ਅਪਨੱਤ ਨੇ, ਸਾਡੀ ਇਸ ਹਉਮੈ ਨੇ ਸਾਨੂੰ ਦੂਜਿਆਂ ਨਾਲੋਂ ਵੱਖਰਾ ਕਰ ਦਿੱਤਾ ਹੈ। ਉਂਝ ਅਸੀਂ ਸਾਰੇ ਇੱਕ ਹੀ ਹਾਂ, ਕੋਈ ਭਿੰਨ ਭੇਦ ਨਹੀਂ। ਸੋ ਆਓ ਅਸੀਂ ਹੁਣ ਸਮਝਦੇ ਹਾਂ ਕਿ ਜਿਸ ਮਨੁੱਖ ਦੇ ਮਨ ਵਿੱਚੋਂ ਇਹ ਦਵੰਦ ਨਿਕਲ ਜਾਏ ਤੇ ਉਹਨੂੰ ਇਹ ਸਭ ਕੁਝ ਇੱਕ ਨਜ਼ਰ ਆਉਣ ਲੱਗ ਪਵੇ। ਇੱਥੋਂ ਤੱਕ ਅਸੀਂ ਜਿਹੜਾ ਬੰਦ ਨੰਬਰ 2 ਹੈ ਇਹ ਸਮਝਿਆ ਹੈ ਕਿ ਸਭ ਕੁਝ ਇੱਕ ਨਜ਼ਰ ਆਉਣ ਲੱਗ ਪਵੇ। ਉਹਦਾ ਹਸ਼ਰ ਕੀ ਹੋਣਾ ਹੈ ਉਹ ਅੱਗੇ ਦੱਸਿਆ ਹੈ, ਆਪਾਂ ਉਸ ਨੂੰ ਵੀ ਸਮਝਦੇ ਹਾਂ। ਦੁੱਖ ਸੁੱਖ ਇਹ ਬਾਂਧੇ ਜਿਹ ਨਾਹਨ, ਦੁੱਖ ਅਤੇ ਸੁੱਖ ਜਿਸ ਬੰਦੇ ਨੂੰ ਜਕੜਦੇ ਨਹੀਂ ਹਨ। ਅਸੀਂ ਦੁੱਖਾਂ ਵਿੱਚ ਦੁਖੀ ਹੁੰਨੇ ਆ, ਸੁੱਖ ਵਿੱਚ ਅਸੀਂ ਸੁੱਖ ਮਹਿਸੂਸ ਕਰਦੇ ਹਾਂ, ਔਰ ਇਹ ਸੁਭਾਵਿਕ ਗੱਲ ਹੈ। ਇਹ ਕੋਈ ਇਸ ਤਰ੍ਹਾਂ ਨਹੀਂ ਕਿ ਅਸੀਂ ਕੋਈ ਬੜੀ ਅਨਹੋਣੀ ਗੱਲ ਪਏ ਕਰਦੇ ਹਾਂ, ਇਸ ਤਰ੍ਹਾਂ ਹੋਣਾ ਹੀ ਹੁੰਦਾ ਹੈ। ਜਦੋਂ ਸਾਡੇ ਉੱਤੇ ਦੁੱਖ ਆਉਂਦਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਜਿਵੇਂ ਗਰਮੀ 'ਚ ਬਾਹਰ ਜਾਈਏ ਤੇ ਗਰਮੀ ਮਹਿਸੂਸ ਹੁੰਦੀ ਏ, ਸਰਦੀ ਵਿੱਚ ਅੰਦਰ ਆ ਜਾਈਏ ਤੇ ਠੰਡ ਮਹਿਸੂਸ ਹੁੰਦੀ ਏ। ਇਸੇ ਤਰ੍ਹਾਂ ਸੰਸਾਰ ਵਿੱਚ ਜਿਹੜੇ ਦੁੱਖ ਆਉਂਦੇ ਨੇ, ਸਾਨੂੰ ਦੁੱਖ ਮਹਿਸੂਸ ਹੁੰਦੇ ਨੇ ਤੇ ਸਾਨੂੰ ਸੁੱਖ ਵੀ ਮਹਿਸੂਸ ਹੁੰਦੇ ਨੇ, ਕਿਉਂਕਿ ਅਜੇ ਅਸੀਂ ਇੱਕ ਨਾਲ ਨਹੀਂ ਜੁੜੇ, ਅਜੇ ਸਾਡੇ ਅੰਦਰ ਦਵੰਦ ਹੈ।
ਉਸ ਦਵੰਦ ਦੇ ਕਾਰਨ ਇਹ ਸਭ ਕੁਝ ਸਾਨੂੰ ਵੱਖਰਾ ਵੱਖਰਾ ਭਾਸਦਾ ਹੈ। ਦੁੱਖ ਸੁੱਖ ਇਹ ਬੰਧੇ ਜਿਹ ਨਾਹਨ, ਜਿਸ ਕਿਸੇ ਮਨੁੱਖ ਨੂੰ ਇਹ ਸਾਰੇ ਬਿਖ ਤੇ ਅੰਮ੍ਰਿਤ, ਸੋਨਾ ਤੇ ਚਾਂਦੀ, ਇਹ ਉਸਤਤ ਤੇ ਨਿੰਦਾ, ਇਹ ਜਿੰਨਾ ਕੁਝ ਆਪਾਂ ਉੱਤੇ ਪੜ੍ਹਿਆ ਹੈ, ਜਿਸ ਨੂੰ ਇਹ ਜਕੜਦੇ ਨਹੀਂ ਹਨ, ਭਾਵ ਜਿਹਦੇ ਉੱਤੇ ਪ੍ਰਭਾਵ ਨਹੀਂ ਪਾਉਂਦੀਆਂ ਇਹ ਚੀਜ਼ਾਂ। ਤੇਹ ਤੁਮ ਜਾਣੋ ਗਿਆਨੀ, ਇਹ ਸਿੱਟਾ ਕੱਢਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿ ਜਿਹੜਾ ਦਵੰਦ ਨੂੰ ਮਿਟਾ ਦੇਵੇ ਤੇ ਇੱਕ ਦਾ ਧਾਰਨੀ ਹੋ ਜਾਏ, ਉਹਨੂੰ ਸੁੱਖ ਤੇ ਦੁੱਖ ਦੋਵੇਂ ਇੱਕੋ ਜਿਹੇ ਲੱਗਣ ਲੱਗ ਪੈਣ, ਉਹਨੂੰ ਜ਼ਹਿਰ ਤੇ ਅੰਮ੍ਰਿਤ ਦੋਵੇਂ ਇੱਕੋ ਜਿਹੇ ਲੱਗਣ ਲੱਗ ਪੈਣ, ਇਹੋ ਜਿਹੇ ਕਿਸੇ ਵਿਅਕਤੀ ਨੂੰ ਗਿਆਨੀ ਆਖਿਆ ਜਾ ਸਕਦਾ ਹੈ। ਅੱਜ ਦਾ ਗਿਆਨੀ ਕੀ ਹੈ? ਜਾਂ ਤੇ ਕਿਸੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਇੱਕ ਡਿਗਰੀ ਮਿਲਦੀ ਹੈ ਜੀ ਗਿਆਨੀ ਦੀ, ਉਹ ਲੈ ਲਈ ਹੁੰਦੀ ਏ ਤੇ ਉਹ ਗਿਆਨੀ ਬਣ ਬੈਂਦਾ ਹੈ। ਜਾਂ ਕਿਸੇ ਗੁਰਦੁਆਰੇ 'ਚ ਕੰਮ ਕਰਨ ਵਾਲੇ ਬੰਦੇ ਨੂੰ ਅਸੀਂ ਗਿਆਨੀ ਜੀ ਆਖਣ ਲੱਗ ਪੈਂਦੇ ਹਾਂ। ਮੇਰੀ ਨਿਗਾਹ ਵਿੱਚ ਨਾ ਡਿਗਰੀ ਲੈਣ ਵਾਲਾ ਬੰਦਾ ਤੇ ਨਾ ਗੁਰਦੁਆਰੇ ਜੌਬ ਕਰਨ ਵਾਲਾ ਬੰਦਾ ਗਿਆਨੀ ਨਹੀਂ ਹੋ ਸਕਦਾ। ਗਿਆਨੀ ਉਹ ਬੰਦਾ ਉਦੋਂ ਹੁੰਦਾ ਜਿਵੇਂ ਜਿਹੜੀ ਚੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸੀਆਂ ਨੇ, ਜਦੋਂ ਇਹਨਾਂ ਮੁਤਾਬਕ ਉਹ ਜੀਵਨ ਜਿਉਣ ਲੱਗ ਪੈਂਦਾ ਹੈ, ਉਦੋਂ ਸੱਚਮੁੱਚ ਹੀ ਉਹ ਗਿਆਨੀ ਹੋ ਜਾਂਦਾ ਹੈ। ਗਿਆਨੀ ਤੋਂ ਭਾਵ ਹੈ ਗਿਆਨਵਾਨ ਪੁਰਸ਼, ਜਿਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਦੁੱਖ ਤੇ ਸੁੱਖ ਮੇਰੇ ਹੀ ਮਨ ਦੀਆਂ ਦੋ ਹਾਲਤਾਂ ਨੇ, ਇਹ ਵੱਖਰੀਆਂ ਵੱਖਰੀਆਂ ਨਹੀਂ ਹਨ। ਇਹੋ ਜਿਹੇ ਗਿਆਨੀ ਪੁਰਸ਼ ਦੀ ਇੱਕ ਛੋਟੀ ਜੀ ਗਾਥਾ ਮੈਂ ਤੁਹਾਨੂੰ ਸੁਣਾਉਂਦਾ ਹਾਂ। ਪਟਿਆਲੇ ਦੀ ਗੱਲ ਹੈ ਜੀ, ਮੈਂ ਅੱਖੀਂ ਨਹੀਂ ਵੇਖੀ ਲੇਕਿਨ ਮੈਂ ਸੁਣੀ ਹੈ, ਤੇ ਸੁਣੀ ਮੈਂ ਇਹੋ ਜਿਹੇ ਇੱਕ ਆਦਮੀ ਕੋਲੋਂ ਜਿਹੜਾ ਵਿਸ਼ਵਾਸ ਯੋਗ ਸੀ, ਉਹਦੇ ਕੋਲੋਂ। ਉਹਨੇ ਇਹ ਗੱਲ ਸੁਣਾਈ ਸੀ ਕਿ ਪਟਿਆਲੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ, ਉੱਥੇ ਕਥਾ ਹੋ ਰਹੀ ਸੀ ਸੁਖਮਨੀ ਸਾਹਿਬ ਜੀ ਦੀ। ਅਸ਼ਟਪਦੀ ਉਹ ਸੀ ਬ੍ਰਹਮ ਗਿਆਨੀ ਵਾਲੀ, ਤੇ ਉਹਦੇ ਵਿੱਚ ਸੀ ਕਿ ਬ੍ਰਹਮ ਗਿਆਨੀ ਲਈ ਅੰਮ੍ਰਿਤ ਤੇ ਬਿਖ ਦੋਵੇਂ ਇੱਕੋ ਜਿਹੇ ਹੁੰਦੇ ਨੇ। ਤੇ ਕਥਾ ਕਰ ਰਿਹਾ ਸੀ ਕੋਈ ਸੱਜਣ ਮੇਰੇ ਵਰਗਾ, ਜਿਹੜਾ ਬ੍ਰਹਮ ਗਿਆਨੀ ਤੇ ਨਹੀਂ ਸੀ, ਲੇਕਿਨ ਦੱਸ ਰਿਹਾ ਸੀ ਕਿ ਬ੍ਰਹਮ ਗਿਆਨੀ ਵਾਸਤੇ ਅੰਮ੍ਰਿਤ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਜ਼ਹਿਰ ਤੇ ਅੰਮ੍ਰਿਤ ਦੋਵੇਂ ਇੱਕੋ ਜਿਹੇ ਹੁੰਦੇ ਨੇ ਬ੍ਰਹਮ ਗਿਆਨੀ ਵਾਸਤੇ। ਉਹ ਤੇ ਮੇਰੇ ਵਰਗਾ ਕੇਵਲ ਕਥਾ ਹੀ ਕਰਦਾ ਸੀ ਨਾ ਜੀ। ਮੈਂ ਹੁਣ ਆਖਾਂ ਆ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਮੇਰੇ ਉੱਤੇ ਨਹੀਂ ਕੱਟਦੀਆਂ, ਇਹ ਤੇ ਕਿਸੇ ਗਿਆਨਵਾਨ ਪੁਰਸ਼ ਤੇ ਕੱਟਦੀਆਂ ਨੇ। ਇੱਕ ਮਾਤਾ ਜੀ ਬੈਠੇ ਸਨ ਉਸੇ ਹੀ ਸੰਗਤ ਵਿੱਚ, ਉਹ ਅਗਲੇ ਦਿਨ ਨਾ ਇੱਕ ਜ਼ਹਿਰ ਦਾ ਪਿਆਲਾ ਤਿਆਰ ਕਰਕੇ ਲਿਆਈ। ਗਿਆਨੀ ਜੀ ਉੱਥੇ ਹੀ ਬੈਠੇ ਕਥਾ ਕੱਲ ਵੀ ਕਰਦੇ ਸਨ ਤੇ ਅੱਜ ਵੀ ਕਰ ਰਹੇ ਸਨ। ਉਹ ਜਦੋਂ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਇੱਕੋ ਦਿਨ 'ਚ ਨਹੀਂ ਹੁੰਦੀ ਜੀ, ਉਹਨੂੰ ਘੱਟ ਤੋਂ ਘੱਟ 8 ਦਿਨ ਲੱਗਦੇ ਨੇ ਜੇ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰੀਏ ਤਾਂ। ਅਗਲੇ ਦਿਨ ਜਦੋਂ ਉੱਥੇ ਕਰਕੇ ਗੱਲ ਆਈ ਤੇ ਮਾਤਾ ਜੀ ਨੇ ਉਹ ਜ਼ਹਿਰ ਦਾ ਪਿਆਲਾ ਲਿਆ ਕੇ ਤੇ ਗਿਆਨੀ ਜੀ ਦੇ ਅੱਗੇ ਕਰ ਦਿੱਤਾ ਵੀ ਜੇ ਸੱਚਮੁੱਚ ਹੀ ਅੰਮ੍ਰਿਤ ਤੇ ਜ਼ਹਿਰ ਇੱਕ ਗਿਆਨਵਾਨ ਪੁਰਸ਼ ਲਈ ਇੱਕੋ ਜਿਹਾ ਹੁੰਦਾ ਹੈ, ਤੇ ਮੈਂ ਸੱਚ ਆਖਦੀ ਹਾਂ, ਮੈਂ ਜ਼ਹਿਰ ਲੈ ਕੇ ਆਈ ਹਾਂ, ਜਿਹੜਾ ਇਹਨੂੰ ਪੀਏਗਾ ਮਰੇਗਾ। ਜੇ ਸੱਚਮੁੱਚ ਤੇਰੇ ਲਈ ਇੱਕੋ ਜਿਹੇ ਨੇ ਤੇ ਸਾਨੂੰ ਪੀ ਕੇ ਵਿਖਾ। ਉਸ ਗਿਆਨੀ ਜੀ ਨੇ ਹੱਥ ਜੋੜ ਦਿੱਤੇ, ਮਾਤਾ ਮੇਰੀ ਇਹੋ ਜਿਹੀ ਕੋਈ ਅਵਸਥਾ ਨਹੀਂ, ਮੈਂ ਨਹੀਂ ਇਸ ਨੂੰ ਪੀ ਸਕਦਾ। ਮੇਰੇ ਲਈ ਅੰਮ੍ਰਿਤ ਵੱਖਰਾ ਹੈ ਤੇ ਜ਼ਹਿਰ ਵੱਖਰਾ ਹੈ, ਅਜੇ ਦੋਵੇਂ ਇੱਕ ਰੂਪ ਨਹੀਂ ਹੋਏ ਮੇਰੇ ਵਾਸਤੇ। ਲੇਕਿਨ ਉਹ ਸੱਜਣ ਨੇ ਮੈਨੂੰ ਦੱਸਿਆ ਉਸ ਸੰਗਤ ਦੇ ਵਿੱਚ ਇੱਕ ਪੁਰਸ਼ ਬੈਠਾ ਸੀ ਪਿੱਛੇ ਜਿਹੇ, ਉਹ ਉੱਠਿਆ ਤੇ ਉਹਨੇ ਆ ਕੇ ਉਹ ਪਿਆਲਾ ਫੜਿਆ ਤੇ ਚੁੱਪ ਕਰਕੇ ਉੱਥੇ ਖਲੋਤਾ ਖਲੋਤਾ ਹੀ ਪੀ ਕੇ ਉਹ ਪਿਆਲਾ ਮਾਤਾ ਜੀ ਦੇ ਹੱਥ, ਸੱਖਣਾ ਪਿਆਲਾ ਫੜਾ ਦਿੱਤਾ ਵੀ ਆ ਲਓ ਮਾਤਾ ਜੀ ਲੈ ਜਾਓ। ਉਸ ਨੂੰ ਉਸ ਜ਼ਹਿਰ ਨੇ ਕੁਝ ਨਹੀਂ ਆਖਿਆ। ਔਰ ਇਹ ਸੱਚਾਈ ਏ ਕਿ ਜਿਹੜੇ ਲੋਕ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ, ਉਹਨਾਂ ਲਈ ਜ਼ਹਿਰ ਤੇ ਅੰਮ੍ਰਿਤ ਸੱਚਮੁੱਚ ਇੱਕੋ ਹੀ ਰੂਪ ਹੋ ਜਾਂਦੇ ਨੇ, ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਹੀ ਬਚਨ ਕਰਦੇ ਨੇ
ਕਿ ਤੁਸੀਂ ਉਸ ਬੰਦੇ ਨੂੰ ਗਿਆਨੀ ਆਖਣਾ। ਅੱਜ ਤੋਂ ਬਾਅਦ ਜਿੰਨੇ ਤੁਸੀਂ ਭੈਣ ਭਰਾ ਬੈਠੇ ਸੁਣਦੇ ਜੇ ਮੇਰੀ ਗੱਲ, ਮੇਰੇ ਵਰਗੇ ਕਿਸੇ ਬੰਦੇ ਨੂੰ ਗਿਆਨੀ ਜੀ ਨਾ ਕਹਿਣਾ। ਤੁਸੀਂ ਵੀਰ ਜੀ ਕਹਿ ਸਕਦੇ ਹੋ, ਭਰਾ ਜੀ ਕਹਿ ਸਕਦੇ ਹੋ, ਪੁੱਤਰ ਜਾਂ ਪਿਤਾ ਜੀ ਕਹਿ ਸਕਦੇ ਹੋ, ਲੇਕਿਨ ਗਿਆਨੀ ਸੱਚਮੁੱਚ ਜੇ ਕਿਤੇ ਸਾਡੀਆਂ ਇਹ ਡਿਗਰੀਆਂ ਦੇਣ ਵਾਲੀਆਂ ਸੰਸਥਾਵਾਂ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਪੜ੍ਹਿਆ ਹੁੰਦਾ ਤੇ ਗਿਆਨੀ ਦੀ ਡਿਗਰੀ ਕਾਹਨੂੰ ਦਿੰਦੇ ਕਿਸੇ ਨੂੰ ਇਹ ਲੋਕ? ਜੇ ਸਮਝ ਆ ਜਾਂਦੀ ਵੀ ਗਿਆਨੀ ਕਿਸ ਨੂੰ ਆਖਦੇ ਨੇ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਇਹੋ ਜਿਹੇ ਬੰਦੇ ਨੂੰ ਗਿਆਨੀ ਆਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਆਖਿਆ, ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਜਿਹੜਾ ਪ੍ਰਾਨੀ ਇਹੋ ਜੀ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਏ, ਉਸ ਨੂੰ ਤੁਸੀਂ ਮੁਕਤ ਹੋ ਗਿਆ ਮੰਨੋ। ਦੋ ਗੱਲਾਂ ਨੇ ਜੀ, ਮਿੰਟ ਹੈਗੇ ਨੇ 4-5 ਅਜੇ, ਤੇ ਮੈਂ ਉਹਦੇ ਵਿੱਚ ਹੀ ਸਮਾਪਤੀ ਕਰਾਂਗਾ। ਦੋ ਗੱਲਾਂ ਇਹ ਨੇ, ਗੁਰਮਤਿ ਮੁਕਤੀ ਕਿਸ ਨੂੰ ਮੰਨਦੀ ਏ ਤੇ ਅਨਮਤਾਂ ਮੁਕਤੀ ਕਿਸ ਨੂੰ ਮੰਨਦੀਆਂ ਨੇ। ਅਨਮਤਾਂ ਦਾ ਵਿਚਾਰ ਏ ਕਿ ਕੋਈ ਪ੍ਰਾਣੀ ਮਰਨ ਤੋਂ ਬਾਅਦ ਮੁਕਤ ਹੋ ਜਾਂਦਾ ਹੈ। ਗੁਰਮਤ ਦਾ ਵਿਚਾਰ ਏ ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਹੁੰਦਾ। ਮੁਕਤ ਕੇਵਲ ਉਹ ਪੁਰਸ਼ ਹੁੰਦਾ ਹੈ ਜਿਹੜਾ ਜਿਉਂਦੇ ਜੀ ਮੁਕਤ ਹੋਇਆ ਹੋਵੇ। ਜਿਹੜਾ ਜਿਉਂਦੇ ਜੀ ਮੁਕਤ ਨਾ ਹੋਇਆ ਹੋਵੇ, ਉਹ ਮਰ ਕੇ ਕਦੇ ਮੁਕਤ ਨਹੀਂ ਹੋ ਸਕਦਾ। ਸੋ ਇਹਨਾਂ ਦੋਵਾਂ ਗੱਲਾਂ ਤੇ ਆਪਾਂ ਸੰਖੇਪ ਜਿਹੀ ਝਾਤੀ ਮਾਰਨੀ ਹੈ ਕਿ ਗੁਰਮਤ ਮੁਕਤੀ ਕਿਸ ਨੂੰ ਪ੍ਰਦਾਨ ਕਰਦੀ ਏ। ਜਿਵੇਂ ਗਿਆਨੀ ਕਿਹਨੂੰ ਕਹਿੰਦੀ ਹੈ ਗੁਰਮਤ, ਉਹ ਆਪਾਂ ਸਾਰਿਆਂ ਸਮਝ ਲਿਆ ਨਾ ਜੀ ਹੁਣ ਵੀ ਗਿਆਨੀ ਕੌਣ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਬਾਖੂਬੀ ਸਮਝਾ ਦਿੱਤੀ ਇਹ ਗੱਲ। ਦੂਜੇ ਪਾਸੇ ਮੁਕਤ ਕੌਣ ਹੁੰਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਹਿਤ ਆਵੈ ਦੋ ਸ਼ਬਦਾਂ ਤੋਂ ਇੱਕ ਸ਼ਬਦ ਬਣਿਆ ਹੋਇਆ ਹੈ, ਜਿਹਦੇ ਮਨ ਨੂੰ ਚੰਗੀ ਲੱਗ ਜਾਂਦੀ ਹੈ, ਪਿਆਰੀ ਲੱਗ ਜਾਂਦੀ ਹੈ ਪ੍ਰਭੂ ਦੀ ਆਗਿਆ। ਅਸੀਂ ਮੰਨਦੇ ਹਾਂ ਪ੍ਰਭੂ ਦੀ ਆਗਿਆ, ਪਰ ਸਾਨੂੰ ਚੰਗੀ ਨਹੀਂ ਲੱਗਦੀ, ਸਾਨੂੰ ਪਿਆਰੀ ਨਹੀਂ ਤੇ ਮਿੱਠੀ ਨਹੀਂ ਲੱਗਦੀ ਰੱਬ ਦੀ ਆਗਿਆ। ਜਦੋਂ ਸਾਡੇ ਘਰ ਵਿੱਚ ਕਿਸੇ ਦੀ ਮੌਤ ਹੁੰਦੀ ਏ, ਕੀ ਉਦੋਂ ਸਾਨੂੰ ਪ੍ਰਭੂ ਦੀ ਆਗਿਆ ਮਿੱਠੀ ਲੱਗ ਰਹੀ ਹੁੰਦੀ ਹੈ? ਵੇਖਣ ਵਾਲੀ ਗੱਲ ਏ, ਸਮਝਣ ਵਾਲੀ ਗੱਲ ਏ, ਨਹੀਂ ਲੱਗ ਰਹੀ ਹੁੰਦੀ, ਲੇਕਿਨ ਅਸੀਂ ਮੰਨ ਰਹੇ ਹੁੰਨੇ ਆ। ਮੰਨਣਾ ਇੱਕ ਵੱਖਰੀ ਗੱਲ ਏ, ਆਗਿਆ ਦਾ ਮਿੱਠਾ ਲੱਗਣਾ ਇੱਕ ਵੱਖਰੀ ਗੱਲ ਏ। ਰੱਬ ਕੀ ਆਗਿਆ ਆਤਮ ਹਿਤਾਵੈ, ਹਿਤ ਆਵੈ, ਚੰਗੀ ਲੱਗੇ, ਪਿਆਰੀ ਤੇ ਮਿੱਠੀ ਲੱਗੇ। ਜੀਵਨ ਮੁਕਤ ਸੋ ਕਹਾਵੈ। ਉਹ ਬੰਦਾ ਜਿਉਂਦੇ ਜੀ ਮੁਕਤ ਕਵਾਣ ਦਾ ਹੱਕਦਾਰ ਹੁੰਦਾ ਹੈ, ਜਿਸ ਨੂੰ ਪ੍ਰਭੂ ਦਾ ਹਰ ਹੁਕਮ ਮਿੱਠਾ ਲੱਗਣ ਲੱਗ ਪਵੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ, ਪਾਣੀ ਦੀ ਉਬਲਦੀ ਦੇਗ, ਸੀਸ ਵਿੱਚ ਪੈਂਦੀ ਸੜਦੀ ਬਲਦੀ ਰੇਤਾ, ਉਹਦਾ ਹੁਕਮ ਮਿੱਠਾ ਲੱਗਦਾ ਸੀ। ਉਸ ਨੂੰ ਜੀਵਨ ਮੁਕਤ ਆਖੀਦਾ। ਇਹੋ ਜਿਹੇ ਕਿਸੇ ਵਿਅਕਤੀ ਨੂੰ, ਇਹ ਸਾਰਾ ਬੰਦ ਜੀ ਤੁਸੀਂ ਬਹੁਤ ਵਾਰੀ ਪੜ੍ਹਿਆ ਹੋਣਾ, ਫਿਰ ਪੜ੍ਹ ਲੈਣਾ। ਇਹਦੀ ਅਖੀਰਲੀ ਪੰਕਤੀਆਂ ਨੇ ਜਿਹੜੀਆਂ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਸ ਕਿਸੇ ਪੁਰਸ਼ ਨੂੰ ਜੀਵਨ ਮੁਕਤ ਆਖਿਆ ਜਾ ਸਕਦਾ ਹੈ ਜਿਹਦੇ ਉੱਤੇ ਆ ਸਾਰੀਆਂ ਚੀਜ਼ਾਂ ਵਾਪਰਦੀਆਂ ਹੋਣ, ਘਟਦੀਆਂ ਹੋਣ, ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦੱਸੀਆਂ ਨੇ ਤੇ ਜਿਹੜੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸੀਆਂ ਨੇ। ਸੋ ਅਗਲਾ ਬਚਨ ਮੈਂ ਸੰਖੇਪ ਵਿੱਚ ਹੀ ਕਰਕੇ ਸਮਾਪਤੀ ਕਰਦਾ ਕਿ ਸਾਨੂੰ ਨਾ ਜਿਹੜੀ ਇਹ ਮੁਕਤੀ ਏ, ਜਿਹੜੀ ਮਰਨ ਤੋਂ ਬਾਅਦ ਮਿਲਦੀ ਏ, ਉਸ ਨੂੰ ਗੁਰਮਤ ਨੇ ਨਕਾਰ ਦਿੱਤਾ ਹੈ। ਗੁਰਮਤ ਉਸ ਨੂੰ ਕੋਈ ਮੁਕਤੀ ਨਹੀਂ ਮੰਨਦੀ। ਮੁਕਤੀ ਜਿਉਂਦੇ ਜੀ ਹੈ ਤੇ ਵਿਕਾਰਾਂ ਤੋਂ ਮੁਕਤ ਹੋਣਾ ਹੈ, ਵਾਹਿਗੁਰੂ ਦੀ ਰਜ਼ਾ ਦਾ ਮਿੱਠਿਆਂ ਲੱਗਣਾ ਹੈ, ਮੁਕਤ ਹੋਣਾ ਹੈ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ,
ਬੇਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਦੱਸੋ ਕਿੰਨੇ ਪ੍ਰਾਪਤ ਕੀਤੀ ਏ। ਕੋਈ ਇੱਕ ਬੰਦਾ ਦੱਸੋ ਦੁਨੀਆ ਦੇ ਅੰਦਰ ਜਿਨਨੇ ਮਰਨ ਤੋਂ ਬਾਅਦ ਵਾਪਸ ਆ ਕੇ ਸਾਨੂੰ ਦੱਸਿਆ ਹੋਵੇ ਕਿ ਮੈਂ ਭਾਈ ਮੁਕਤ ਹੋ ਗਿਆ, ਮੇਰੇ ਕੋਲ ਆ ਵੇਖੋ ਡਿਗਰੀ ਏ, ਆ ਸਰਟੀਫਿਕੇਟ ਰੱਬ ਜੀ ਨੇ ਮੈਨੂੰ ਦਿੱਤਾ ਹੈ ਤੇ ਮੈਂ ਹੁਣ ਮੁਕਤ ਹੋ ਗਿਆ। ਇੱਕ ਵੀ ਬੰਦਾ ਸਾਨੂੰ ਨਹੀਂ ਲੱਭੇਗਾ। ਆ ਜਿਹੜੀਆਂ ਗੱਲਾਂ ਆਪਾਂ ਸੁਣਦੇ ਆ ਨਾ ਜੀ ਕਿ ਮਰਨ ਤੋਂ ਬਾਅਦ ਫਲਾਣਾ ਉੱਠ ਪਿਆ ਤੇ ਉਹਨੇ ਆਹ ਗੱਲ ਦੱਸੀ, ਇਹ ਇਮੈਜੀਨੇਸ਼ਨ ਹੈ ਜੀ, ਇਹ ਸੱਚਾਈ ਨਹੀਂ ਹੈ। ਇਹ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਅਸੀਂ ਸੁੱਤੇ ਪਏ ਇੱਕ ਸੁਪਨਾ ਵੇਖੀਏ ਤੇ ਉੱਠ ਕੇ ਦੱਸ ਦਈਏ, ਇਹ ਇੱਕ ਸੁਪਨਾ ਹੀ ਹੁੰਦਾ ਹੈ, ਇਸ ਤੋਂ ਵੱਧ ਕੁਝ ਨਹੀਂ ਹੁੰਦਾ। ਲੇਕਿਨ ਅਸੀਂ ਜਦੋਂ ਇਹਨੂੰ ਸੁਣਦੇ ਹਾਂ, ਸਮਝਦੇ ਹਾਂ ਤੇ ਸੱਚੀਆਂ ਗੱਲਾਂ ਲੱਗਣ ਲੱਗ ਪੈਂਦੀਆਂ ਨੇ ਕਿ ਚੰਗਾ ਭਲਾ ਬੰਦਾ ਸਾਨੂੰ ਦੱਸਦਾ ਪਿਆ ਸੱਚ ਹੀ ਹੋਣਾ ਹੈ। ਪਰ ਜੇ ਮੈਂ ਆਪਣਾ ਸੁਪਨਾ ਤੁਹਾਨੂੰ ਦੱਸਾਂ ਤੇ ਤੁਸੀਂ ਮੰਨ ਨਹੀਂ ਲੈਣਾ ਵੀ ਇਹ ਸੱਚ ਹੀ ਤੇ ਕਹਿ ਰਿਹਾ ਹੋਣਾ, ਝੂਠ ਕਿਉਂ ਬੋਲੇਗਾ ਇਹ ਬੰਦਾ। ਪਰ ਸੁਪਨਾ ਕਦੇ ਵੀ ਸੱਚ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਜਿਹੜੀਆਂ ਗੱਲਾਂ ਸਾਨੂੰ ਲੋਕ ਦੱਸ ਰਹੇ ਨੇ ਇਹ ਵੀ ਸੱਚਾਈ ਨਹੀਂ ਹਨ, ਇਹ ਵੀ ਉਹਨਾਂ ਦੇ ਸੁਪਨੇ ਹੀ ਹਨ। ਤੇ ਸੁਪਨੇ ਕਿਸੇ ਉਸ ਅਵਸਥਾ ਦੇ ਨੇ ਜਿਹੜੀ ਅਵਸਥਾ ਵਿੱਚ ਸਵਾਸ ਰੁਕ ਜਾਂਦਾ ਹੈ, ਸਰੀਰ ਵਿੱਚ ਸਵਾਸ ਨਹੀਂ ਚੱਲ ਰਿਹਾ ਹੁੰਦਾ ਲੇਕਿਨ ਅਜੇ ਜਿੰਦ ਵਿੱਚ ਹੀ ਹੁੰਦੀ ਹੈ। ਜਿੰਦ ਨੇ ਸਰੀਰ, ਆਤਮਾ ਨੇ ਸਰੀਰ ਤਿਆਗਿਆ ਨਹੀਂ ਹੁੰਦਾ। ਜੋਗੀ ਲੋਕ ਜੀ ਸੈਂਕੜੇ ਸਾਲ ਸਵਾਸਾਂ ਤੋਂ ਬਿਨਾਂ ਬੈਠੇ ਰਹਿੰਦੇ ਸਨ। ਤੇ ਜੇ ਬੰਦਾ 2-4 ਘੰਟੇ, 2-4 ਘੜੀਆਂ, 2-4 ਪਲ ਸਵਾਸਾਂ ਤੋਂ ਬਿਨਾਂ ਰਹਿ ਗਿਆ ਹੈ ਤੇ ਅਸੀਂ ਕਹਿੰਦੇ ਹਾਂ ਬੱਲੇ ਬੱਲੇ ਜੀ ਪਤਾ ਨਹੀਂ ਕੀ ਹੋ ਗਿਆ, ਉਹ ਤੇ ਇੰਨੇ ਘੰਟਿਆਂ ਬਾਅਦ ਉੱਠ ਪਿਆ। ਉਹ ਭਾਈ ਕੁਝ ਵੀ ਨਹੀਂ ਹੋਇਆ, ਬਸ ਇੱਕ ਪ੍ਰਕਿਰਿਆ ਹੋਈ ਏ ਜਿਹੜੀ ਸਵਾਸਾਂ ਤੋਂ ਬਿਨਾਂ ਅਜੇ ਸਰੀਰ ਜਿੰਦਾ ਰਿਹਾ। ਰੱਬ ਭਾਵ ਹੈ ਬਿਨ ਸਾਸ ਤੇ ਰੱਖ ਹੈ। ਸੋ ਇਹ ਬਚਨ ਨੇ ਜੀ, ਬੇਣੀ ਜੀ ਸਾਨੂੰ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਵਾਲੀ ਜਿਹੜੀ ਮੁਕਤੀ ਏ ਉਹ ਕੋਈ ਮੁਕਤੀ ਨਹੀਂ ਹੁੰਦੀ। ਗੁਰਮਤ ਉਸ ਨੂੰ ਮੁਕਤੀ ਨਹੀਂ ਮੰਨਦੀ। ਗੁਰਮਤ ਮੰਨਦੀ ਏ ਉਹ ਮੁਕਤੀ ਏ ਜਿਹੜੀ ਸਾਨੂੰ ਜਿਉਂਦੇ ਜੀ ਪ੍ਰਾਪਤ ਹੋ ਗਈ ਹੋਵੇ। ਸੋ ਅਸੀਂ ਜਿਉਂਦੇ ਜੀ ਮੁਕਤੀ ਨੂੰ ਹਾਸਲ ਕਰਨਾ ਹੈ। ਮਰਨ ਤੋਂ ਬਾਅਦ ਵਾਲੀ ਜਿਹੜੀ ਮੁਕਤੀ ਉਹਦੀ ਆਸ ਆਪਾਂ ਬਿਲਕੁਲ ਨਹੀਂ ਰੱਖਣੀ। ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋਣਾ, ਇਹ ਜਿਹੜੀ ਮਾਇਆ ਦੀ ਪਕੜ ਏ ਇਸ ਤੋਂ ਮੁਕਤ ਹੋਣਾ ਹੀ ਸਹੀ ਅਰਥਾਂ ਵਿੱਚ ਮੁਕਤ ਹੋਣਾ ਗੁਰਮਤ ਨੇ ਮੰਨਿਆ। ਸੋ ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਅਗਲੇ ਐਤਵਾਰ ਨੂੰ ਆਪਾਂ ਸਿਰਲੇਖਾਂ ਦੀ ਵਿਚਾਰ ਕਰਾਂਗੇ ਤੇ ਸਿਰਲੇਖ ਅਗਲੇ ਬੜੇ ਸੁਆਦਲੇ ਨੇ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।